हाँ जी, 7th क्लास स्टूडेंट्स गुड मॉर्निंग बेटे ਮੈਨੂੰ ਉਮੀਦ ਹੈ ਕਿ ਤੁਸੀਂ ਪੰਜਾਬੀ ਦਾ ਵਰਕ ਹੈ ਜੋ ਬਹੁਤ ਵਧੀਆ ਕੰਪਲੀਟ ਕਰ ਰਹੇ ਹੋਵੋਗੇ। ਤਾਂ ਇਸੇ ਤਰ੍ਹਾਂ ਬੇਟੇ ਹੁਣ ਆਪਣਾ 15ਵਾਂ ਚੈਪਟਰ ਹੈ ਸਖਤ ਮਿਹਨਤ ਕਿਸਮਤ ਦੀ ਕੁੰਜੀ। ਤਾਂ ਬੇਟੇ ਇਸ ਚੈਪਟਰ ਵਿੱਚ ਆਪਾਂ ਨੂੰ ਦੱਸਿਆ ਗਿਆ ਕਿ ਆਪਾਂ ਨੂੰ ਜੀਵਨ ਵਿੱਚ ਆਲਸ ਨੂੰ ਤਿਆਗ ਕੇ ਸਖਤ ਮਿਹਨਤ ਕਰਨੀ ਚਾਹੀਦੀ ਹੈ। ਮਿਹਨਤ ਹੀ ਜਿਹੜੀ ਸਫਲਤਾ ਦੀ ਕੁੰਜੀ ਹੈ ਤੇ ਇਸ ਨਾਲ ਹੀ ਬੇਟੇ ਜੋ ਆਪਣੀ ਕਿਸਮਤ ਹੈ ਉਹ ਬਦਲ ਸਕਦੀ ਹੈ। ਤਾਂ ਬੇਟੇ ਹੁਣ ਆਪਾਂ ਇਸ ਚੈਪਟਰ ਦੀ ਕਹਾਣੀ ਪੜਾਂਗੇ। ਕਹਿੰਦੇ ਇੱਕ ਪਿੰਡ ਵਿੱਚ ਇੱਕ ਜਵਾਨ ਲੜਕਾ ਰਾਮ ਭਰੋਸੇ ਰਹਿੰਦਾ ਸੀ। ਉਹ ਬੜਾ ਆਲਸੀ ਤੇ ਕਮਜ਼ੋਰ ਸੀ। ਉਸਨੂੰ ਬੇਟੇ ਜਦੋਂ ਵੀ ਕੋਈ ਕੰਮ ਕਰਨ ਬਾਰੇ ਕਹਿੰਦਾ ਤਾਂ ਉਸਦਾ ਇੱਕੋ ਜਵਾਬ ਹੁੰਦਾ ਵੀ ਕੰਮ ਕੋਈ ਮਿਲਦਾ ਹੀ ਨਹੀਂ, ਮੇਰੀ ਕਿਸਮਤ ਹੀ ਖੋਟੀ ਹੈ। ਖੋਟੀ ਮੀਨਸ ਮਾੜੀ ਹੈ। ਤਾਂ ਫਿਰ ਬੇਟੇ ਕੀ ਹੁੰਦਾ, ਕਹਿੰਦੇ ਘਰ ਵਿੱਚ ਉਹ ਉਸਦੀ ਬਜ਼ੁਰਗ ਮਾਂ ਦੋਵੇਂ ਜਣੇ ਹੀ ਰਹਿੰਦੇ ਸਨ। ਉਸਦੀ ਮਾਂ ਕੀ ਕਰਦੀ ਸੀ, ਪਿੰਡ ਵਿੱਚ ਜ਼ਿਮੀਂਦਾਰਾਂ ਦਾ ਕੰਮ ਕਰਕੇ ਦਾਲ ਫੁਲਕੇ ਦਾ ਗੁਜ਼ਾਰਾ ਕਰਦੀ ਸੀ। ਜਦੋਂ ਥੱਕੀ ਟੁੱਟੀ ਘਰ ਵਾਪਸ ਆਉਂਦੀ ਤਾਂ ਅੱਗੋਂ ਜਵਾਨ ਮੁੰਡਾ ਮੰਜੀ ਤੇ ਆਰਾਮ ਕਰ ਰਿਹਾ ਹੁੰਦਾ। ਤਾਂ ਫਿਰ ਕੀ ਹੁੰਦਾ, ਤਾਂ ਉਸਨੂੰ ਇਹ ਦੇਖ ਕੇ ਗੁੱਸਾ ਚੜ੍ਹਦਾ, ਪਰ ਉਸਦੀ ਕੋਈ ਪੇਸ਼ ਨਾ ਜਾਂਦੀ ਵਾਹ ਨਹੀਂ ਜਾਂਦੀ। ਤਾਂ ਬੇਟੇ ਫਿਰ ਇੱਕ ਦਿਨ ਕੀ ਹੋਇਆ, ਕਹਿੰਦੇ ਗਰਮੀਆਂ ਦੇ ਦਿਨਾਂ ਵਿੱਚ ਜ਼ਿਆਦਾ ਮਿਹਨਤ ਕਰਨ ਨਾਲ ਇੱਕ ਦਿਨ ਮਾਂ ਨੂੰ ਬੁਖਾਰ ਚੜ੍ਹ ਗਿਆ। ਬੁਖਾਰ ਕਾਰਨ ਉਹ ਰੋਟੀ ਨਾ ਬਣਾ ਸਕੀ ਤੇ ਰਾਮ ਭਰੋਸੇ ਨੂੰ ਭੁੱਖ ਸਤਾ ਰਹੀ ਸੀ ਮੀਨਸ ਤੰਗ ਕਰ ਰਹੀ ਸੀ। ਉਹ ਘੜੀ ਮੁੜੀ ਮਾਂ ਨੂੰ ਰੋਟੀ ਪਕਾਉਣ ਲਈ ਕਹਿ ਰਿਹਾ ਸੀ, ਪਰ ਮਾਂ ਵਿੱਚ ਇੰਨੀ ਹਿੰਮਤ ਨਹੀਂ ਸੀ ਕਿ ਉੱਠ ਕੇ ਰੋਟੀ ਪਕਾ ਸਕਦੀ। ਫਿਰ ਕੀ ਹੋਇਆ ਬੇਟੇ, ਉਸਨੇ ਪੁੱਤਰ ਨੂੰ ਕਿਹਾ ਕਿ ਮੰਜੇ ਦਾ ਕਿਹੜਾ ਛੱਡ ਤੇ ਉੱਠ ਦੋ ਫੁਲਕੇ ਲਾ ਲੈ। ਪਰ ਰਾਮ ਭਰੋਸੇ ਵਿੱਚ ਇੰਨੀ ਹਿੰਮਤ ਕਿੱਥੋਂ ਕਿ ਮੰਜਾ ਛੱਡਦਾ। ਤਾਂ ਫਿਰ ਬੇਟੇ ਕੀ ਹੁੰਦਾ ਕਿ ਆਂਢ ਗੁਆਂਢ ਨੇ ਮਾਂ ਨੂੰ ਦਵਾਈ ਲਿਆ ਦਿੱਤੀ ਤੇ ਉਸਨੂੰ ਖਿਚੜੀ ਬਣਾ ਕੇ ਦਿੱਤੀ, ਪਰ ਰਾਮ ਭਰੋਸੇ ਨੂੰ ਕਿਸੇ ਨੇ ਵੀ ਨਾ ਪੁੱਛਿਆ। ਤਾਂ ਫਿਰ ਕੀ ਹੋਇਆ ਬੇਟੇ, ਮਾਂ 2-3 ਦਿਨਾਂ ਵਿੱਚ ਠੀਕ ਹੋ ਗਈ ਤੇ ਉਸਨੇ ਠਾਣ ਲਿਆ ਕਿ ਜਿੰਨੀ ਦੇਰ ਤੱਕ ਉਹ ਰਾਮ ਭਰੋਸੇ ਕੰਮ ਨਹੀਂ ਕਰੇਗਾ ਉਨੀ ਦੇਰ ਮੈਂ ਵੀ ਉਸਨੂੰ ਰੋਟੀ ਨਹੀਂ ਦੇਵਾਂਗੀ। ਤਾਂ ਫਿਰ ਕੀ ਹੋਇਆ ਬੇਟੇ, ਅਸਲ ਵਿੱਚ ਉਸਦੇ ਦਿਮਾਗ ਵਿੱਚ ਆਉਂਦਾ ਸੀ ਕਿ ਹੁਣ ਆਪਾਂ ਨੈਕਸਟ ਪੇਜ ਤੇ ਦੇਖਦੇ ਹਾਂ। ਕਹਿੰਦੇ ਵੀ ਅੱਜ ਤਾਂ ਮੈਂ ਜਿਉਂਦੀ ਹਾਂ, ਉਸਦੀ ਮਾਂ ਕਹਿੰਦੀ, ਇਸ ਨੂੰ ਰੋਟੀ ਦੇਈ ਜਾਂਦੀ ਹੈ ਤੇ ਕੱਲ ਜਦੋਂ ਮੈਂ ਦੁਨੀਆ ਤੋਂ ਤੁਰ ਜਾਵਾਂਗੀ ਤਾਂ ਇਸ ਨੂੰ ਕਿਸੇ ਨੇ ਪਾਣੀ ਵੀ ਨਹੀਂ ਪੁੱਛਣਾ। ਤਾਂ ਫਿਰ ਬੇਟੇ ਕੀ ਹੁੰਦਾ, ਇਸ ਕਰਕੇ ਹੁਣ ਇਸ ਨੂੰ ਕੰਮ ਦੀ ਆਦਤ ਪਾਉਣੀ ਚਾਹੀਦੀ ਹੈ। ਤਾਂ ਫਿਰ ਕੀ ਹੋਇਆ ਬੇਟੇ, ਰਾਤ ਹੋਈ ਤਾਂ ਮਾਂ ਨੇ ਰਾਮ ਭਰੋਸੇ ਨੂੰ ਕਿਹਾ ਕਿ ਬੇਟਾ ਕੱਲ ਤੈਨੂੰ ਤੜਕੇ ਸਵੇਰੇ ਉਠਾ ਦਿਆਂਗੀ, ਤੂੰ ਚੰਗੀ ਤਰ੍ਹਾਂ ਨਹਾ ਕੇ ਪਿੰਡ ਜਾਂ ਸ਼ਹਿਰ 'ਚ ਜਾ ਕੇ ਕੋਈ ਕੰਮ ਧੰਦਾ ਲੱਭ ਕੇ ਕਰ। ਹੁਣ ਤੂੰ ਕੰਮ ਕਰੇਂਗਾ ਤਾਂ ਤੈਨੂੰ ਰੋਟੀ ਮਿਲੇਗੀ। ਬਿਮਾਰੀ ਕਰਕੇ ਹੁਣ ਮੇਰੇ ਵਿੱਚ ਕੰਮ ਕਰਨ ਦੀ ਹਿੰਮਤ ਨਹੀਂ ਰਹੀ, ਹੌਸਲਾ ਨਹੀਂ ਰਿਹਾ। ਤਾਂ ਫਿਰ ਬੇਟੇ ਰਾਮ ਭਰੋਸੇ ਕੀ ਕਹਿੰਦਾ, ਮਾਂ ਮੈਨੂੰ ਕੰਮ ਕਿੱਥੋਂ ਲੱਭਣਾ ਹੈ, ਤੈਨੂੰ ਪਤਾ ਹੀ ਹੈ ਕਿ ਮੇਰੀ ਕਿਸਮਤ ਕਿੰਨੀ ਮਾੜੀ ਹੈ। ਰਾਮ ਭਰੋਸੇ ਨੇ ਮੰਜੇ ਉੱਤੇ ਪਾਸਾ ਪਰਤਦਿਆਂ ਜਵਾਬ ਦਿੱਤਾ। ਤਾਂ ਫਿਰ ਮਾਂ ਕੀ ਕਹਿੰਦੀ ਅੱਗੋਂ, ਕਹਿੰਦੀ ਜੇ ਤੂੰ ਹੱਥ ਪੈਰ ਹਿਲਾਵੇਂਗਾ ਤਾਂ ਤੇਰੀ ਕਿਸਮਤ ਆਪੇ ਵਧੀਆ ਹੋ ਜਾਵੇਗੀ, ਪਰ ਜੇ ਇਸੇ ਤਰ੍ਹਾਂ ਮੰਜੇ ਤੋੜਦੇ ਰਿਹਾ ਤਾਂ ਕਿਸਮਤ ਤੇਰੇ ਕੋਲੋਂ ਦੂਰ ਭੱਜੇਗੀ। ਮਾਂ ਨੇ ਬੜੇ ਪਿਆਰ ਨਾਲ ਉਸਨੂੰ ਸਮਝਾਉਂਦਿਆਂ ਕਿਹਾ। ਤਾਂ ਫਿਰ ਕੀ ਹੋਇਆ ਬੇਟੇ, ਸਵੇਰ ਹੋਈ ਤਾਂ ਰਾਮ ਭਰੋਸੇ ਨੂੰ ਬਦੋ-ਬਦੀ ਉਠਾ ਕੇ ਚਾਹ ਪਿਆਈ, ਉਸਨੂੰ ਕੰਮ ਕਰਨ ਲਈ ਲੱਭਣ ਲਈ ਭੇਜ ਦਿੱਤਾ। ਰਾਮ ਭਰੋਸੇ ਕੀ ਕਰਦਾ ਬੇਟੇ, ਖਪਦਾ ਬਾਹਰ ਨੂੰ ਤੁਰ ਪਿਆ। ਉਸਨੂੰ ਕੁਝ ਪਤਾ ਨਹੀਂ ਲੱਗ ਰਿਹਾ ਸੀ ਕਿ ਉਹ ਕਿਹੜੀ ਸੜਕੇ ਜਾ ਰਿਹਾ ਸੀ, ਕਿੱਧਰ ਨੂੰ ਜਾ ਰਿਹਾ ਹੈ। ਤਾਂ ਉਸ ਤੋਂ ਬਾਅਦ ਬੇਟੇ ਕੀ ਹੁੰਦਾ ਕਿ ਉਹ ਪਿੰਡ ਤੋਂ ਬਾਹਰ ਕੱਚੀ ਸੜਕ ਤੇ ਗਿਆ ਤੇ ਗਰਮੀ ਨਾਲ ਉਸਦਾ ਬੁਰਾ ਹਾਲ ਸੀ। ਕਿਉਂਕਿ ਉਹ ਇੰਨਾ ਕਦੀ ਤੁਰਿਆ ਨਹੀਂ ਸੀ। ਉਸਨੇ ਸਾਹਮਣੇ ਇੱਕ ਬਜ਼ੁਰਗ ਆਉਂਦਾ ਦੇਖਿਆ। ਤਾਂ ਫਿਰ ਕੀ ਹੋਇਆ, ਜਦੋਂ ਬਜ਼ੁਰਗ ਉਸਦੇ ਨੇੜੇ ਆਇਆ ਤਾਂ ਬਜ਼ੁਰਗ ਦੇ ਚਿਹਰੇ ਉੱਪਰ ਕੀ ਸੀ, ਜਲਾਲ, ਰੌਣਕ ਤੇ ਸ਼ਾਂਤੀ ਦੇ ਪ੍ਰਭਾਵ ਨਜ਼ਰ ਆਏ। ਤਾਂ ਉਸਦੇ ਚਿਹਰੇ ਤੇ ਸਰੀਰ ਤੋਂ ਪਤਾ ਲੱਗਿਆ ਸੀ ਕਿ ਜ਼ਿੰਦਗੀ ਵਿੱਚ ਉਸਨੇ ਭਰਪੂਰ ਮਿਹਨਤ ਕੀਤੀ ਹੈ। ਕਿਸਨੇ ਬੇਟੇ, ਬਜ਼ੁਰਗ ਨੇ। ਉਹ ਬਜ਼ੁਰਗ ਜਦੋਂ ਰਾਮ ਭਰੋਸੇ ਦੇ ਨੇੜੇ ਪਹੁੰਚਿਆ ਤਾਂ ਰਾਮ ਭਰੋਸੇ ਨੇ ਉਸਨੂੰ ਰੋਕ ਕੇ ਕਿਹਾ ਕਿ ਮੇਰੀ ਕਿਸਮਤ ਬੜੀ ਖਰਾਬ ਹੈ, ਇਸ ਕਰਕੇ ਮੇਰਾ ਕੋਈ ਕੰਮ ਕਰਨ ਨੂੰ ਜੀ ਨਹੀਂ ਕਰਦਾ। ਤਾਂ ਤੁਸੀਂ ਮੈਨੂੰ ਕੋਈ ਰਸਤਾ ਦੱਸ ਦਿਓ ਜਿੱਥੇ ਮੈਂ ਆਪਣੀ ਕਿਸਮਤ ਨੂੰ ਮਿਲ ਕੇ ਉਸਦੀ ਖਬਰ ਲਵਾਂ, ਤਾਂ ਕਿ ਇੰਨਾ ਗਰੀਬ ਤੇ ਬਦਨਸੀਬ ਮੈਨੂੰ ਕਿਉਂ ਬਣਾਇਆ ਹੈ ਰੱਬ ਨੇ। ਤਾਂ ਫਿਰ ਬੇਟੇ ਕੀ ਹੁੰਦਾ ਕਿ ਉਸ ਬਜ਼ੁਰਗ ਨੇ ਮਤਲਬ ਕਿ ਬੜੀ ਡੂੰਘੀ ਰੀਝ ਲਾ ਕੇ ਰਾਮ ਭਰੋਸੇ ਨੂੰ ਵੇਖਿਆ ਤੇ ਉਸਨੇ ਆਪਣੀ ਉਮਰ ਦੇ ਹਿਸਾਬ ਨਾਲ ਸਾਰੀ ਗੱਲ ਸਮਝ ਲਈ ਕਿ ਕਿਹਾ, ਕਾਕਾ ਜਿਹੜੇ ਲੋਕ ਜ਼ਿੰਦਗੀ ਵਿੱਚ ਮਿਹਨਤ ਕਰਨ ਤੋਂ ਕੰਨੀ ਕਤਰਾਉਂਦੇ ਹਨ, ਕੰਨੀ ਕਤਰਾਉਣਾ ਬੇਟੇ ਇੱਕ ਮੁਹਾਵਰਾ ਹੈ, ਦੂਰ ਭੱਜਣਾ, ਕਹਿੰਦੇ ਕਿਸਮਤ ਉਹਨਾਂ ਲੋਕਾਂ ਦਾ ਸਾਥ ਨਹੀਂ ਦਿੰਦੀ। ਰਾਮ ਭਰੋਸੇ ਨੂੰ ਬਜ਼ੁਰਗ ਦੀ ਗੱਲ ਵੀ ਉਸ ਸਮੇਂ ਚੰਗੀ ਨਾ ਲੱਗੀ ਤਾਂ ਉਸਨੂੰ ਕਹਿਣ ਲੱਗਾ ਕਿ ਬਾਪੂ ਜੀ, ਜਦੋਂ ਕਿਸਮਤ ਹੀ ਮਾੜੀ ਹੋਵੇ ਤਾਂ ਮਿਹਨਤ ਕਰਨ ਦਾ ਕੀ ਫਾਇਦਾ। ਤਾਂ ਫਿਰ ਬੇਟੇ ਕੀ ਹੁੰਦਾ ਹੈ, ਬਜ਼ੁਰਗ ਉਸ ਭਟਕੇ ਨੌਜਵਾਨ ਨੂੰ ਸਿੱਧੇ ਰਾਹ ਲਿਆਉਣਾ ਚਾਹੁੰਦਾ ਸੀ। ਉਸ ਦੀ ਗੱਲ ਟੋਕਦੇ ਹੋਏ ਕਿਹਾ ਕਿ ਬਿਲਕੁਲ ਗਲਤ, ਜੇ ਤੁਸੀਂ ਡਟ ਕੇ ਮਿਹਨਤ ਕਰੋਗੇ ਤਾਂ ਕਿਸਮਤ ਮਾੜੀ ਹੀ ਨਹੀਂ ਹੋ ਸਕਦੀ, ਉਹ ਹਮੇਸ਼ਾ ਤੁਹਾਡਾ ਸਾਥ ਦੇਵੇਗੀ। ਸਖਤ ਮਿਹਨਤ ਚੰਗੀ ਕਿਸਮਤ ਦੀ ਕੁੰਜੀ ਹੈ, ਤੁਸੀਂ ਆਪਣਾ 1 ਮਿੰਟ ਵੀ ਗਵਾਓ ਨਾ ਅਤੇ ਹੁਣ ਇਸੇ ਵਕਤ ਮਿਹਨਤ ਕਰਨੀ ਸ਼ੁਰੂ ਕਰ ਦਿਓ, ਤੁਹਾਡੀ ਕਿਸਮਤ ਦਾ ਸਿਤਾਰਾ ਚਮਕਣਾ ਸ਼ੁਰੂ ਹੋ ਜਾਵੇਗਾ। ਇੰਨੇ ਕਹਿੰਦੇ ਹੀ ਬਜ਼ੁਰਗ ਬੇਟੇ ਆਪਣੇ ਰਸਤੇ ਪੈ ਗਿਆ ਤੇ ਰਾਮ ਭਰੋਸੇ ਉਸ ਦੀਆਂ ਗੱਲਾਂ 'ਤੇ ਵਿਚਾਰ ਕਰਦਾ ਹੋਇਆ ਅੱਗੇ ਤੁਰ ਪਿਆ। ਫਿਰ ਬੇਟੇ ਕੀ ਹੋਇਆ ਕਿ ਰਾਮ ਭਰੋਸੇ ਅੱਗੇ ਨੂੰ ਚੱਲ ਪਿਆ। ਹੁਣ ਉਸਨੂੰ ਸਰੀਰਕ ਤੇ ਮਾਨਸਿਕ ਥਕਾਵਟ ਮਹਿਸੂਸ ਹੋ ਰਹੀ ਸੀ, ਕਿਉਂਕਿ ਉਹ ਇੰਨਾ ਕਦੀ ਤੁਰਿਆ ਨਹੀਂ ਸੀ
ਤੇ ਨਾ ਹੀ ਉਸਨੇ ਕਦੀ ਕਿਸੇ ਗੱਲ ਬਾਰੇ ਸੋਚਿਆ, ਪਰੰਤੂ ਬਜ਼ੁਰਗ ਦੀ ਗੱਲ ਨੇ ਉਸਨੂੰ ਅੱਜ ਸੋਚਣ ਲਈ ਮਜਬੂਰ ਕਰ ਦਿੱਤਾ। ਉਹ ਇੱਕ ਸੰਘਣੇ ਦਰਖਤ ਦੀ ਛਾਂ ਥੱਲੇ ਬੈਠ ਗਿਆ ਤੇ ਸੋਚਣ ਲੱਗਾ ਕਿ ਕਿਹੜਾ ਕੰਮ ਸ਼ੁਰੂ ਕਰੇ ਤਾਂ ਜੋ ਉਸਦੀ ਸੁੱਤੀ ਕਿਸਮਤ ਹੈ ਜਿਹੜੀ ਜਾਗ ਪਵੇ। ਉਹ ਅਜੇ ਇਹਨਾਂ ਸੋਚਾਂ ਵਿੱਚ ਹੀ ਰੁੱਝਿਆ ਹੋਇਆ ਸੀ ਕਿ ਇੱਕ ਪੱਕਾ ਹੋਇਆ ਜਿਹੜਾ ਅੰਬ ਸੀ ਟੱਪ ਕੇ ਉਸਦੇ ਕੋਲੋਂ ਡਿੱਗ ਪਿਆ। ਸੰਦੂਰੀ ਅੰਬ ਦੇਖ ਕੇ ਕੀ ਹੋਇਆ ਬੇਟੇ, ਉਸਦੀ ਭੁੱਖ ਚੰਮ ਗਈ। ਉਸਨੇ ਅੰਬ ਵੀ ਜਿਹੜਾ ਚੁੱਪਣਾ ਸੀ ਸ਼ੁਰੂ ਕਰ ਦਿੱਤਾ ਤੇ ਸੰਦੂਰੀ ਅੰਬ ਸ਼ਹਿਦ ਨਾਲੋਂ ਵੀ ਮਿੱਠਾ ਸੀ। ਉਸਨੂੰ ਤਾਂ ਪਹਿਲਾਂ ਪਤਾ ਹੀ ਨਹੀਂ ਸੀ ਕਿ ਉਹ ਅੰਬ ਦੇ ਦਰਖਤ ਦੀ ਛਾਂ ਥੱਲੇ ਬੈਠਾ ਹੈ। ਉਸਨੇ ਉਹ ਸੰਦੂਰੀ ਅੰਬ ਚੁੱਕ ਕੇ ਜਦੋਂ ਉੱਪਰ ਨਜ਼ਰ ਮਾਰੀ ਤਾਂ ਹੈਰਾਨ ਰਹਿ ਗਿਆ। ਸਾਰਾ ਦਰਖਤ ਅੰਬਾਂ ਨਾਲ ਭਰਿਆ ਪਿਆ ਸੀ। ਬਹੁਤੇ ਅੰਬ ਭਾਵੇਂ ਕੱਚੇ ਸਨ ਪਰ ਕਾਫੀ ਪੱਕ ਚੁੱਕੇ ਸਨ। ਉਸਨੂੰ ਬਜ਼ੁਰਗ ਦੀ ਗੱਲ ਯਾਦ ਆ ਰਹੀ ਸੀ ਕਿ ਮਿਹਨਤ ਹੀ ਕਿਸਮਤ ਦੀ ਕੁੰਜੀ ਹੈ। ਉਸਨੇ ਹਿੰਮਤ ਕਰਕੇ ਉਹ ਅੰਬ ਦੇ ਦਰਖਤ ਉੱਪਰ ਜ਼ੋਰ ਲਗਾ ਕੇ ਚੜ੍ਹ ਗਿਆ। ਉੱਪਰ ਜਾ ਕੇ ਸਾਰੇ ਮੋਟੇ ਸਾਰੀ ਟਾਹਣੀ ਉੱਪਰ ਬੈਠ ਗਿਆ ਤੇ ਨਾਲ ਲੱਗਦੀਆਂ ਟਾਹਣੀਆਂ ਤੋਂ ਪੱਕੇ ਅੰਬ ਤੋੜ ਕੇ ਚੁੱਪਣ ਲੱਗਾ। ਉਸਨੇ ਫਿਰ ਬੇਟੇ ਕੀ ਕੀਤਾ ਕਿ ਰੱਜ ਕੇ ਅੰਬ ਚੁੱਪੇ ਤੇ ਪੱਕੇ ਹੋਏ ਅੰਬ ਤੋੜ ਕੇ ਆਪਣੀ ਝੋਲੀ ਭਰ ਲਈ। ਉਸਨੇ ਸੋਚਿਆ ਕਿ ਆਪਣੀ ਮਾਂ ਵਾਸਤੇ ਘਰ ਲੈ ਜਾਵਾਂਗਾ। ਮੇਰੀ ਮਾਂ ਅੰਬ ਵੇਖ ਕੇ ਖੁਸ਼ ਹੋਵੇਗੀ। ਉਸਨੇ ਇਹ ਵੀ ਕਿਹਾ ਕਿ ਅੱਜ ਮੈਂ ਇਹ ਅੰਬਾਂ ਦੀ ਹੀ ਕਮਾਈ ਕਰਕੇ ਆਇਆ ਹਾਂ। ਤਾਂ ਫਿਰ ਬੇਟੇ ਲਾਸਟ ਦੇ ਵਿੱਚ ਕੀ ਹੁੰਦਾ ਕਿ ਰਾਮ ਭਰੋਸੇ ਜਿਹੜਾ ਉਸਨੇ ਕੀ ਕੀਤਾ ਕਿ ਅੰਬਾਂ ਦੀ ਝੋਲੀ ਭਰ ਕੇ ਦਰਖਤ ਤੋਂ ਥੱਲੇ ਉਤਰਿਆ ਕਿ ਸਾਹਮਣੇ ਇੱਕ ਸਾਈਕਲ ਤੇ ਇੱਕ ਆਦਮੀ ਨੇ ਉਸਨੂੰ ਆਉਂਦੇ ਦੇਖਿਆ ਤੇ ਉਸਨੇ ਰਾਮ ਭਰੋਸੇ ਦੀ ਝੋਲੀ ਵਿੱਚ ਜਦੋਂ ਪੱਕੇ ਹੋਏ ਸੰਦੂਰੀ ਅੰਬ ਵੇਖੇ ਤਾਂ ਉਸਦਾ ਮਨ ਲਲਚਾ ਗਿਆ। ਉਸਨੇ ਰਾਮ ਭਰੋਸੇ ਨੂੰ ਕੀ ਕੀਤਾ, 5 ਰੁਪਏ ਦਿੱਤੇ ਤੇ ਝੋਲੀ ਵਾਲੇ ਸਾਰੇ ਅੰਬ ਖਰੀਦ ਲਏ। ਰਾਮ ਭਰੋਸੇ ਬੇਟੇ ਬੇਹੱਦ ਖੁਸ਼ ਹੋ ਗਿਆ ਸੀ। ਉਸਨੂੰ ਫਿਰ ਬਜ਼ੁਰਗ ਦੀ ਗੱਲ ਯਾਦ ਆਉਣ ਲੱਗੀ। ਉਸਨੇ ਥੋੜੀ ਮਿਹਨਤ ਕੀਤੀ ਤੇ ਜਿਸ ਨਾਲ ਉਸਦਾ ਪੇਟ ਵੀ ਭਰ ਗਿਆ ਤੇ ਕਮਾਈ ਵੀ ਹੋ ਗਈ। ਹੁਣ ਕੀ ਹੋਇਆ ਬੇਟੇ, ਹੁਣ ਉਹ ਫਿਰ ਅੰਬ ਦੇ ਦਰਖਤ ਉੱਪਰ ਚੜ੍ਹ ਗਿਆ ਤੇ ਮਾਲੀ ਹੁਣ ਚੁਣ ਕੇ ਪੱਕੇ ਹੋਏ ਸੰਦੂਰੀ ਅੰਬ ਤੋੜ ਕੇ ਝੋਲੀ ਭਰਨ ਲੱਗਾ। ਉਸ ਤੋਂ ਬਾਅਦ ਕੀ ਕੀਤਾ ਬੇਟੇ, ਰਾਮ ਭਰੋਸੇ ਨੇ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ। ਤਾਂ ਬੇਟੇ ਇਹ 7th ਕਲਾਸ ਸਟੂਡੈਂਟਸ ਇਹ ਚੈਪਟਰ ਬਹੁਤ ਹੀ ਵਧੀਆ, ਤੁਸੀਂ ਵੀ ਇਸ ਨੂੰ ਕੰਪਲੀਟ ਕਰੋ। ਥੈਂਕਸ।